हाँ जी प्यारे बच्चों, ਅੱਜ ਆਪਾਂ ਕਲਾਸ 8 ਦੀ ਐਕਸਰਸਾਈਜ਼ 2.2 ਦਾ 9th ਸਮ ਹੈ ਜਿਹੜਾ ਆਪਾਂ ਕਰਨ ਲੱਗ ਰਹੇ ਹਾਂ। ਇਸ ਦੇ ਵਿੱਚ ਕੁਐਸਚਨ ਹੈ ਦਾ ਏजेस ਆਫ ਰਾਹੁਲ ਐਂਡ ਹਰੂਨ ਆਰ ਇਨ ਦਾ ਰੇਸ਼ੋ 5:7 and 4 years later the sum of their ages will be 56 years. What are their present age? ਹੁਣ ਇੱਥੇ ਆਪਣੇ ਬੇਟਾ ਪ੍ਰੈਜ਼ੈਂਟ ਏਜ ਹੈ ਜਿਹੜੀ ਫਾਈਂਡ ਆਊਟ ਕਰਨੀ ਆ। ਇੱਥੇ ਸਭ ਤੋਂ ਪਹਿਲਾਂ ਉਹਨਾਂ ਨੇ ਏਜ ਰਾਹੁਲ ਔਰ ਹਰੂਨ ਦੀ ਏजेस ਦੀ ਰੇਸ਼ੋ ਦੱਸੀ ਹੋਈ ਹੈ, ਕਿੰਨੀ ਹੈ 5:7। ਹੁਣ ਆਪਾਂ ਇਹਨਾਂ ਦੀ ਜਿਹੜੀ ਪ੍ਰੈਜ਼ੈਂਟ ਏਜ ਹੈ, ਲੈਟ ਪ੍ਰੈਜ਼ੈਂਟ ਏਜ ਆਫ ਰਾਹੁਲ ਦੀ ਜਿਹੜੀ ਪ੍ਰੈਜ਼ੈਂਟ ਏਜ ਹੈ ਉਹ ਆਪਾਂ ਕਿੰਨੀ ਮੰਨ ਲਾਂਗੇ 5x। ਇਸੇ ਤਰ੍ਹਾਂ ਹੀ ਆਪਾਂ ਹਰੂਨ ਦੀ ਜੋ ਪ੍ਰੈਜ਼ੈਂਟ ਏਜ ਹੈ ਉਹ ਕਿੰਨੀ ਮੰਨਾਂਗੇ 7x। ਹੁਣ ਉਸ ਤੋਂ ਬਾਅਦ ਉਸਨੇ ਕਿਹਾ ਸੀ 4 ਇਅਰਸ ਲੇਟਰ, ਕੀ ਹੈ 4 ਇਅਰਸ ਲੇਟਰ ਏਜ ਆਫ ਰਾਹੁਲ, 4 ਸਾਲ ਬਾਅਦ ਰਾਹੁਲ ਦੀ ਏਜ ਕਿੰਨੀ ਹੋ ਜਾਏਗੀ 5x + 4। और इसी तरह ही 4 साल बाद हरून दी एज कितनी हो जाएगी 7x + 4। ਹੁਣ ਅਕੋਰਡਿੰਗ ਟੂ ਕੁਐਸਚਨ ਕੀ ਸੀ ਬੇਟੇ ਆਪਣੇ ਕੋਲੇ ਇੱਥੇ ਸੀ ਵੀ ਜਿਹੜੇ ਉਹਨਾਂ ਦੀ ਏਜ ਦਾ ਸਮ ਹੈ 4 ਸਾਲ ਬਾਅਦ ਜਿਹੜੇ ਉਹਨਾਂ ਦੀ ਏਜ ਦਾ ਜੋੜ ਹੈ ਉਹ ਕਿੰਨਾ ਆਪਣੇ ਕੋਲੇ 56 ਇਅਰਸ ਮੀਨਸ 5x + 4 + 7x + 4। ਇਹਨਾਂ ਦਾ ਜਿਹੜਾ ਜੋੜ ਹੈ ਉਹ ਆਪਣੇ ਕੋਲੇ ਕਿੰਨਾ 56। ਹੁਣ ਦੇਖੋ 5x + 7x ਕਿੰਨਾ ਹੋਊਗਾ ਬੇਟਾ 12x, 4 + 4 ਕਿੰਨਾ ਹੋਏਗਾ ਆਪਣੇ ਕੋਲੇ 8 = 56। then 12x ਕਿਸ ਇਕੁਅਲ ਹੋਏਗਾ 56 ਪਲੱਸ ਦਾ 8 ਉਧਰ ਜਾ ਕੇ ਮਾਈਨਸ ਦਾ, ਦੇਖੋ 56 ਦੇ ਵਿੱਚੋਂ 8 ਮਾਈਨਸ ਕਰਾਂਗੇ ਸਾਡੇ ਕੋਲੇ ਕਿੰਨਾ ਆ ਜਾਏਗਾ 48। then ਜੇ ਆਪਾਂ ਨੇ x ਦੀ ਵੈਲਿਊ ਫਾਈਂਡ ਆਊਟ ਕਰਨੀ ਹੈ 48/12 12 1s are 12, 12 4s are 48। then x ਦੀ ਵੈਲਿਊ ਆਪਣੇ ਕੋਲੇ ਬੇਟੇ ਕਿੰਨੀ ਆਈ 4। ਹੁਣ ਆਪਣੇ ਕੱਢਣੀ ਸੀ ਪ੍ਰੈਜ਼ੈਂਟ ਏਜ। ਪ੍ਰੈਜ਼ੈਂਟ ਏਜ ਰਾਹੁਲ ਦੀ ਕਿੰਨੀ ਹੈ ਬੇਟਾ 5x, ਮੈਂ ਇੱਥੇ ਕਰਕੇ ਦਿਖਾ ਰਿਹਾ ਤਾਂ ਕਿੰਨੀ ਹੋਏਗੀ 5 × x ਦੀ ਥਾਂ ਤੇ 4 ਤਾਂ ਕਿੰਨਾ ਆਏਗਾ ਬੇਟਾ 20 ਇਅਰਸ। ਐਂਡ ਇਸੇ ਤਰ੍ਹਾਂ ਹੀ ਹਰੂਨ ਦੀ ਪ੍ਰੈਜ਼ੈਂਟ ਏਜ ਕਿੰਨੀ ਹੈ 7x ਤਾਂ ਇੱਥੇ ਕਿੰਨਾ ਆਏਗਾ 7 × 4 ਕਿੰਨਾ ਆਏਗਾ ਬੇਟਾ 28 ਇਅਰਸ। ਇਸ ਤਰ੍ਹਾਂ ਆਪਾਂ ਇਹਨਾਂ ਦੀ ਪ੍ਰੈਜ਼ੈਂਟ ਏਜ ਹੈ ਜਿਹੜੀ ਫਾਈਂਡ ਆਊਟ ਕਰ ਸਕਦੇ ਆ। ਹਾਂਜੀ ਬੱਚਿਓ, ਹੁਣ ਆਪਣਾ 10th ਸਮ ਹੈ the number of boys and girls in a class are in the ratio 7:5। मतलब boys और girls ਦੀ ਕਲਾਸ ਵਿੱਚ ਜੋ ਰੇਸ਼ੀਓ ਹੈ ਉਹ ਕਿੰਨੀ ਹੈ 7:5 ਹੈ। ਤੇ ਜਿਹੜੇ ਨੰਬਰ ਆਫ ਬॉयਜ਼ ਨੇ ਇਹ ਨੰਬਰ ਆਫ ਗਰਲਸ ਨਾਲੋਂ ਕਿੰਨੇ ਜ਼ਿਆਦਾ ਨੇ 8 ਜ਼ਿਆਦਾ ਨੇ। ਤਾਂ ਦੱਸਣਾ ਕਲਾਸ ਵਿੱਚ ਕੁੱਲ ਕਿੰਨੇ ਬੱਚੇ ਨੇ। ਤਾਂ ਦੇਖੋ ਬੇਟਾ ਇੱਥੇ ਸਭ ਤੋਂ ਪਹਿਲਾਂ ਆਪਾਂ ਰੇਸ਼ੋ ਦੱਸੀ ਹੋਈ ਹੈ ਤਾਂ ਲਵਾਂਗੇ ਲੈਟ ਨੰਬਰ ਆਫ ਬॉयਜ਼, ਵੀ ਲੜਕਿਆਂ ਦੀ ਸੰਖਿਆ ਕਿੰਨੀ ਮੰਨਾਂਗੇ ਆਪਾਂ 7x। ਇਸੇ ਤਰ੍ਹਾਂ ਹੀ ਲੜਕੀਆਂ ਦੀ ਸੰਖਿਆ ਆਪਾਂ ਕਿੰਨੀ ਮੰਨਾਂਗੇ 5x। ਹੁਣ ਅਕੋਰਡਿੰਗ ਟੂ ਕੁਐਸਚਨ ਕੀ ਸੀ ਵੀ ਜੋ ਨੰਬਰ ਆਫ ਬॉयਜ਼ ਨੇ ਨੰਬਰ ਆਫ ਬॉयਜ਼ ਨੰਬਰ ਆਫ ਗਰਲਸ ਨਾਲੋਂ ਕਿੰਨੇ ਜ਼ਿਆਦਾ ਨੇ 8 ਜ਼ਿਆਦਾ ਨੇ। ਬॉयਜ਼ ਕਿੰਨੇ ਨੇ ਬੇਟਾ 7x, ਗਰਲਸ ਕਿੰਨੀਆਂ ਨੇ 5x + 8। ਹੁਣ 5x ਇੱਧਰ ਆ ਕੇ ਆਪਣੇ ਕੋਲੇ ਮਾਈਨਸ ਦਾ = 8, then 7 ਚੋਂ 5 ਕਰੇ 2x = 8, then x = 8/2 ਡਿਵਾਈਡ ਕਰਕੇ ਕਿੰਨਾ ਆ ਜਾਏਗਾ ਬੇਟਾ 4। ਹੁਣ ਦੇਖੋ ਨੰਬਰ ਆਫ ਬॉयਜ਼ ਕਿੰਨੇ ਨੇ ਬੇਟਾ ਆਪਣੇ ਕੋਲੇ 7 × 4 ਕਿੰਨਾ ਹੈ ਆਪਣੇ ਕੋਲੇ 28। ਇਸੇ ਤਰ੍ਹਾਂ ਹੀ ਨੰਬਰ ਆਫ ਗਰਲਸ ਕਿੰਨੀ ਆਈਆਂ ਬੇਟਾ 5 × 4 = 20। ਹੁਣ ਉਸਨੇ ਪੁੱਛਿਆ ਸੀ ਟੋਟਲ ਕਲਾਸ ਲੈਂਥ ਕਿੰਨੀ ਹੈ ਤਾਂ ਟੋਟਲ ਸਟੂਡੈਂਟਸ ਕਿੰਨੇ ਨੇ। ਟੋਟਲ ਸਟੂਡੈਂਟਸ बॉयज कितने सी बेटा अपने कोले 28 और गर्ल्स कितने ने अपने कोले बेटा 20। देन टोटल कितने बच्चे हैं अपने कोले 48। हाँ जी बच्चों, हुण अपना 11th सम है पाइचुंग's father is 26 years younger than पाइचुंग's grandfather। ਇੱਥੇ ਇੱਕ ਬੱਚਾ ਹੈ ਪਾਈਚੁੰਗ ਇਹ ਵਾਲਾ, ਇਸ ਦੇ ਪਿਤਾ ਦੀ ਉਮਰ ग्रैंडफादर ਦੀ ਉਮਰ ਨਾਲੋਂ 26 ਸਾਲ ਘੱਟ ਹੈ। ਐਂਡ 29 year older than ਪਾਈਚੁੰਗ
और पिता की उम्र भाई चुंग नालों 29 ईयर्स ज्यादा है। देखो किस तरह, मान लो आप भाई चुंग की उम्र नूं कितना मान लेने एक्स ईयर मानते हैं, ते फादर की उम्र कितनी सी 29 ईयर ओल्डर, मतलब 29 साल बड़े सी, तो कितना लिखांगे एक्स प्लस 29, इन्ना बन गया बेटा। हुण अगे सी भी जो ग्रैंडफादर किन्ने बड़े ने आपदे पुत्र नालों, मतलब फादर, ग्रैंडफादर फादर नालों किन्ने बड़े ने 26 ईयर्स। फादर की उम्र कितनी है एक्स प्लस 29, बड़े किन्ने ने 26 प्लस 26, तो बेटा ये कितना आ जाएगा एक्स प्लस 55, एक्स प्लस 55 ईयर्स। हुण अकॉर्डिंग टू क्वेश्चन की है द सम ऑफ द एजेस ऑफ ऑल द थ्री इज 135 ईयर्स। तिन्ना दी एज दा जो सम है वो अपने को कितना है 135 साल। तो सब तो पहला भाई चुंग की उम्र एक्स, फादर की कितनी है बेटा एक्स प्लस 29, ग्रैंडफादर की कितनी है बेटा एक्स प्लस 55, बराबर की होया बेटा अपने को 135। हम देखो x प्लस एक्स कितना है बेटा अपने को 3x, 29 च 55 जोड़ेंगे अपने को आ गया 9 और 5 नो ऐड करांगे 14, 6 7 8 84 इक्वल टू 135, देन 3x इक्वल टू 135 प्लस 84 उधर जाके अपने को माइनस दा, तो देखो बेटे कितना आएगा 1 और 51 आ जाएगा माइनस करके। देन x इक्वल टू 51 ओवर 3, सिंपली आप जो इसको कट करते हैं तो अपने को कितना आता है 7। उन्होंने पूछा सी व्हाट इज द एज ऑफ ईच वन ऑफ देम, सारे की उम्र कितनी है, तो सिर्फ अपने की करना है, देखो भाई चुंग की उम्र बेटा कितनी आई अपने को एक्स सी, तो कितनी आ जाएगी 17 ईयर्स। फादर की एज बेटा कितनी हुई एक्स की थां ते कितना पावांगे 17 प्लस 29, तो कितना आएगा बेटा अपने को 6 3 and 4 46 ईयर्स किस दी एज फादर दी। देन ग्रैंडफादर दी एज एक्स की वैल्यू कितनी है अपने को 17 प्लस 55, तो ऐड करके कितना आएगा 7 और 5 12, 6 and 7 कितनी आएगी बेटा 72 ईयर्स। देखो भाई चुंग दी एज कितनी आई 17 ईयर्स, फादर दी एज कितनी आई 46 ईयर्स और ग्रैंड फादर दी एज कितनी आई 72 ईयर्स। जी आप इन्हों 17, 46 और 72 ਨੂੰ ऐड करके देखांगे तो साडे कोल कितनी एज आ जाएगी 135 ईयर्स। हाँ जी बच्चों, हुण अपना 12th सम है, इथे 15 years from now Ravi's age will be 4 times his present age। भी एक तरीके नाल 15 साल बाद रवि की जिहड़ी उम्र है प्रेजेंट एज तो 4 गुना होगी। तो आपने रवि की प्रेजेंट एज है जिहड़ी फाइंड आउट करनी है। हुण सब तो पहले की लिखांगे लेट रवीज प्रेजेंट एज, भी रवि की वर्तमान उम्र कितनी है वो आप मान लो x साल है। हुण उस तो बाद करना है 15 years from now, बी आफ्टर 15 years 15 साल बाद, तो यही उम्र कितनी हो जाएगी x प्लस 15 फ्रॉम नाउ कह रहे हैं। इस करके अकॉर्डिंग टू क्वेश्चन उन्हें कहा सी भी 15 साल बाद जी उसकी उम्र है अब दी प्रेजेंट एज का 4 टाइम्स हो जाएगी, 4 गुना हो जाएगी। तो देखो बेटे हुण 15 हो सी तरह ही 4x प्लस एक्स उधर जाके माइनस दा, देन 15 इक्वल टू 3x, जहां आप लिख सकते हैं 3x इक्वल टू 15, देन x इक्वल टू 15 ओवर 3 डिवाइड करके अपने को कितना गया बेटा 5 इयर्स। तो इट मींस रवि की जो प्रेजेंट एज है वो अपने को कितनी आएगी 5 इयर्स। बच्चों अपना 13 समय है, ए रैशनल नंबर इज सच दैट व्हेन यू मल्टीप्लाई इट बाय 5/2 एंड ऐड 2/3 to the product you get -7 over 12, what is the number। कहने की मतलब है कि ਤੁਹਾਡੇ ਕੋਲ ਇੱਕ ਰੈਸ਼ਨਲ ਨੰਬਰ ਹੈ, ਜਦੋਂ ਉਸ ਰੈਸ਼ਨਲ ਨੰਬਰ ਨੂੰ ਆਪਾਂ 5/2 ਨਾਲ ਮਲਟੀਪਲਾਈ ਕਰਾਂਗੇ ਤੇ ਉਸ ਜਿਹੜਾ ਮਲਟੀਪਲਾਈ ਕਰਨ ਤੋਂ ਬਾਅਦ ਜਦੋਂ ਆਪਾਂ ਉਸ ਦੇ ਵਿੱਚ 2/3 ਨੂੰ ਐਡ ਕਰਾਂਗੇ ਤਾਂ ਸਾਡਾ ਰਿਜ਼ਲਟ ਕਿੰਨਾ ਆਣਾ ਚਾਹੀਦਾ -7 over 12। देखो किस तरह लेट जो प्रमेय संख्या है, मान लो जो प्रमेय संख्या है वो अपने को कितनी x है। हुण की कह रहे हो अकॉर्डिंग टू क्वेश्चन ही कर लेने आप सीधा
सब तो पहला उसने की कहा कि जो इस रैशनल नंबर ਨੂੰ ਪਹਿਲਾਂ 5/2 ਨਾਲ ਮਲਟੀਪਲਾਈ ਕਰਨਾ ਹੈ 2/3 ਨੂੰ ਇਸ ਵਿੱਚ ਐਡ ਕਰਨਾ ਹੈ ਜਿਹੜਾ ਇਹ ਰਿਜ਼ਲਟ ਆ ਰਿਹਾ ਹੈ ਇਸ ਦਾ ਆਨਸਰ ਕਹਿੰਦਾ ਆਪਣੇ ਕੋਲ -7/12 ਦੇ ਇਕੁਅਲ ਆਏਗਾ। ਹੁਣ ਦੇਖੋ ਬੇਟਾ ਆਪਣੇ x ਦੀ ਵੈਲਿਊ ਫਾਈਂਡ ਆਊਟ ਕਰਨੀ ਆ ਤਾਂ ਸਭ ਤੋਂ ਪਹਿਲਾਂ ਕੀ ਲਿਖਾਂਗੇ 5/2x ਇਕੁਅਲ ਟੂ -7/12 प्लस दा 2/3 उधर जाके कदा बनेगा माइनस दा जिवें कि ਆਪਾਂ ਪਹਿਲਾਂ ਵੀ ਕਰਿਆ ਸੀ ਵੀ ਨੀਚੇ ਡਿਨੋਮੀਨੇਟਰ ਨੂੰ ਇਕੁਅਲ ਕਰ ਲੈਂਦਾ ਹੁੰਦਾ ਤਾਂ 3 ਨੂੰ ਕਿਸ ਨਾਲ ਮਲਟੀਪਲਾਈ ਕਰੀਏ ਵੀ ਡਿਨੋਮੀਨੇਟਰ ਹੈ ਜਿਹੜਾ ਆਪਣਾ 12 ਦੇ ਇਕੁਅਲ ਆਵੇ ਤਾਂ ਅਸੀਂ ਕਿਸ ਦੇ ਨਾਲ ਕਰਦੇ ਹਾਂ 4 ਨਾਲ ਉੱਪਰ 4 ਨਾਲ ਨੀਚੇ। ਦੇਖੋ ਬੇਟਾ ਕਿੰਨਾ ਆਉਂਦਾ ਹੈ 5/2x ਇਕੁਅਲ ਟੂ -7/12 ਇੱਥੇ ਆਏਗਾ ਬੇਟਾ ਆਪਣੇ ਕੋਲੇ -8/12 -7 और -8 ਨੂੰ ਜਦੋਂ ਆਪਾਂ ਪਲੱਸ ਕਰਦੇ ਹਾਂ ਤਾਂ ਆਪਣੇ ਕੋਲੇ ਕਿੰਨਾ ਆਏਗਾ -15/12। ਹੁਣ ਦੇਖੋ 5/2x ਨਾਲ ਕੀ ਹੋਇਆ ਹੈ ਮਲਟੀਪਲਾਈ ਤਾਂ ਇਹ ਉੱਧਰ ਜਾ ਕੇ ਕੀ ਹੋ ਜਾਏਗਾ ਆਪਣਾ ਉਲਟ ਹੋ ਜਾਏਗਾ ਤਾਂ ਕੀ ਬਣੇਗਾ 2/5 ਦੈਨ ਕੀ ਬਣੇਗਾ 2 1s are 2 2 6 जा 12 5 1s are 5 5 3s are 15 then -3/6 अगे फिर कट करेगा 3 1s are 3 3 2s are 6 देन x ਦੀ ਵੈਲਿਊ ਆਪਣੇ ਕੋਲੇ ਕਿੰਨੀ ਆਏਗੀ -1/2। ਇਹ ਉਹ ਰੈਸ਼ਨਲ ਨੰਬਰ ਹੈ ਜਿਹੜਾ ਆਪਾਂ ਨੇ ਫਾਈਂਡ ਆਊਟ ਕਰਨਾ ਸੀ। ਹਾਂਜੀ ਬੱਚਿਓ ਹੁਣ ਆਪਾਂ 14 ਸਮ ਕਰਨ ਲੱਗੇ ਆ। ਲక్ష్ਮੀ ਇਜ਼ ਏ ਕੈਸ਼ੀਅਰ ਇਨ ਏ ਬੈਂਕ। ਲక్ష్ਮੀ ਬੈਂਕ ਦੇ ਵਿੱਚ ਕੈਸ਼ੀਅਰ ਦੀ ਜੌਬ ਕਰ ਰਹੀ ਆ। she has a currency notes of denominations of rupees 100 50 and 10। ਕਰਮਵਾਰ ਉਹਦੇ ਕੋਲੇ ਜਿਹੜੇ ਨੋਟਾਂ ਦੀ ਸੰਖਿਆ ਹੈ ਉਹ 100 ਰੁਪਏ 50 ਰੁਪਏ और 10 ਰੁਪਏ ਵਾਲੇ ਨੋਟਾਂ ਦੀ ਸੰਖਿਆ ਹੈ ਜਿਨ੍ਹਾਂ ਦੀ ਰੇਸ਼ੋ ਆਪਣੇ ਕੋਲੇ ਕੀ ਹੈ 2 3 और 5 ਦੀ ਰੇਸ਼ੋ ਹੈ। ਟੋਟਲ ਜੋ ਕੈਸ਼ ਹੈ ਲక్ష్ਮੀ ਕੋਲੇ ਉਹ ਕਿੰਨਾ ਹੈ ਆਪਣੇ ਕੋਲੇ 4 ਲੱਖ। ਹਾਊ ਮੈਨੀ ਨੋਟਸ ਆਫ ਈਚ ਡਿਨੋਮੀਨੇਸ਼ਨ ਡਸ ਸ਼ੀ ਹੈਵ ਤਾਂ ਆਪਣੇ ਦੇਖਣਾ ਵੀ 100 ਰੁਪਏ 50 ਰੁਪਏ और 10 ਰੁਪਏ ਵਾਲੇ ਨੋਟਾਂ ਦੀ ਸੰਖਿਆ ਉਹਦੇ ਕੋਲੇ ਕਿੰਨੀ ਹੈ। ਤਾਂ ਪਹਿਲਾਂ ਬੇਟੇ ਆਪਾਂ ਲਿਖਾਂਗੇ ਲੈਟ ਨੰਬਰ ਆਫ 100 rupees notes ਤੇ ਇਸ ਦੀ ਰੇਸ਼ੋ ਦੇ ਵਿੱਚ ਕਿੰਨਾ ਹੈ ਬੇਟਾ ਆਪਣੇ ਕੋਲੇ 2x। ਫਿਰ ਬੇਟਾ ਲਿਖਾਂਗੇ ਲੈਟ ਨੰਬਰ ਆਫ 50 rupee notes ਇਹ ਕਿੰਨਾ ਹੈ ਬੇਟੇ ਆਪਣੇ ਕੋਲੇ 3x। ਫਿਰ ਆਪਾਂ ਬੇਟਾ ਲਿਖਾਂਗੇ ਨੰਬਰ ਆਫ 10 rupees notes ਇਹ ਬੇਟੇ ਆਪਣੇ ਕੋਲੇ ਕਿੰਨਾ ਹੈ 5x। ਹੁਣ ਅਕੋਰਡਿੰਗ ਟੂ ਕੁਐਸਚਨ ਜੋ ਟੋਟਲ ਕੈਸ਼ ਹੈ ਟੋਟਲ ਕੈਸ਼ ਇਹ ਹੈ ਆਪਣੇ ਕੋਲੇ ਬੇਟਾ 4 ਲੱਖ ਰੁਪਏ। ਕਿੰਨਾ ਹੈ 4 ਲੱਖ ਰੁਪਏ। ਹੁਣ ਜੇ ਆਪਾਂ ਇਹਨਾਂ ਦਾ ਟੋਟਲ ਕਰਨਾ ਹੈ ਤਾਂ ਕੀ ਕਰਾਂਗੇ ਕਿਉਂਕਿ 100 rupees ਨੋਟਸ ਦੀ ਸੰਖਿਆ ਕਿੰਨੀ ਹੈ 2x ਤਾਂ ਟੋਟਲ ਕਿੰਨੀ ਹੋਈ ਇਹਨਾਂ ਦੀ 2x ਮਲਟੀਪਲਾਈ 100 ਪਲੱਸ ਇਸੇ ਤਰ੍ਹਾਂ ਹੀ 3x ਮਲਟੀਪਲਾਈ 50 ਪਲੱਸ ਇਧਰ 5x ਮਲਟੀਪਲਾਈ 10 ਇਹਨਾਂ ਨੂੰ ਮਲਟੀਪਲਾਈ ਕਰਦੇ ਆ ਤਾਂ ਕੀ ਇਸ ਦੇ ਇਕੁਅਲ ਲਿਖਦੇ ਆ 4 ਲੱਖ ਦੀ। ਹੁਣ ਦੇਖੋ ਬੇਟਾ 2 ਨੂੰ 100 ਨਾਲ ਮਲਟੀਪਲਾਈ ਕਰਿਆ 200x इधर अपने को 150x इथे अपने को आ गया बेटा 50x इज इक्वल 4 लाख। इन्होंने ऐड करांगे तो अपने को कितना आएगा 400x इक्वल टू 4 लाख ते x की जो वैल्यू फाइंड आउट करनी है बेटा कि करांगे 4 लाख ओवर 400 20 ना 20 4 1 4 इथे अपने को कितना आएगा 1000। ਹੁਣ ਦੇਖੋ ਬੇਟਾ x ਦੀ ਵੈਲਿਊ ਆਪਣੇ ਕੋਲੇ ਕਿੰਨੀ ਆਈ 1000। ਹੁਣ ਉਸਨੇ ਆਪਾਂ ਨੂੰ ਨੋਟਸ ਦੀ ਸੰਖਿਆ ਪੁੱਛੀ ਸੀ। ਹੁਣ ਦੇਖੋ 100 rupees ਨੋਟਸ ਦੀ ਰੇਸ਼ੋ ਕਿੰਨੀ ਆਪਣੇ ਕੋਲੇ 2x ਸੀ ਤੇ ਇੱਥੇ ਕਿੰਨਾ ਕਰਾਂਗੇ 2 ਮਲਟੀਪਲਾਈ 100 ਤਾਂ ਇਹ ਨੰਬਰ ਕਿੰਨੇ ਆਏ 200। 3x ਵਾਲੇ ਕਿੰਨੇ ਹੋਏ 3 into 100 ਕਿੰਨੇ ਹੋਏ 300 मतलब 100 rupees ਨੋਟ ਦੀ ਸੰਖਿਆ ਕਿੰਨੀ ਹੋਈ 200। 50 rupees ਨੋਟਸ ਦੀ ਸੰਖਿਆ ਕਿੰਨੀ ਹੋਈ 300। ਹੁਣ ਆਪਾਂ ਕੱਢਾਂਗੇ 10 rupees ਨੋਟਸ ਦੀ ਸੰਖਿਆ ਕਿੰਨੀ ਹੋਗੀ 5 ਮਲਟੀਪਲਾਈ 100 ਕਿੰਨੀ ਹੋਗੀ ਬੇਟਾ 500। ਇਹ ਸੀ ਬੇਟੇ ਆਪਣੇ ਕੋਲੇ ਹਾਊ ਮੈਨੀ ਨੋਟਸ ਉਹਨੇ ਪੁੱਛਿਆ ਸੀ। ਤਿੰਨਾਂ ਦੀ ਨੋਟਸ 100 rupees ਨੋਟਸ ਕਿੰਨੇ ਆਏ ਇਹਨਾਂ ਦੀ ਸੰਖਿਆ ਕਿੰਨੀ ਹੈ 200। 50 ਰੁਪਏ ਵਾਲੇ ਨੋਟਾਂ ਦੀ ਸੰਖਿਆ ਕਿੰਨੀ ਹੋਈ 300 और 10 ਰੁਪਏ ਵਾਲੇ ਨੋਟਾਂ ਦੀ ਸੰਖਿਆ ਕਿੰਨੀ ਹੋਈ 500। ਹਾਂਜੀ ਬੱਚਿਓ ਹੁਣ ਆਪਣਾ 15 ਸਮ ਹੈ ਕਹਿੰਦਾ I have a total of 300 rupees in coin of denominations 1 rupees 2 rupees and 5 rupees। ਕਹਿੰਦਾ ਕੀ ਮਤਲਬ ਹੈ ਵੀ 1 ਰੁਪਏ ਵਾਲੇ 2 ਰੁਪਏ ਵਾਲੇ और 5 ਰੁਪਏ ਵਾਲੇ ਜਿਹੜੇ ਕੁਆਇਨ ਨੇ ਉਹਨਾਂ ਦਾ ਜਿਹੜਾ ਟੋਟਲ ਹੈ ਮਤਲਬ ਕੁੱਲ ਜੋਗ 300 ਰੁਪਏ ਜਿਹੜਾ ਉਹ ਮੇਰੇ ਕੋਲੇ ਹੈ। the number of 2 ਰੁਪਏ coin is 3 times the number of 5 rupees coins। ਕਹਿੰਦਾ ਕੀ ਮਤਲਬ
ਵੀ 2 ਰੁਪਏ ਵਾਲੇ ਜਿਹੜੇ ਸਿੱਕੇ ਨੇ ਉਹਨਾਂ ਦੀ ਸੰਖਿਆ 5 ਰੁਪਏ ਵਾਲੇ ਸਿੱਕਿਆਂ ਦੀ 3 ਗੁਣਾ ਹੈ। ਅੱਗੇ ਦਾ ਟੋਟਲ ਨੰਬਰ ਆਫ coin ਦੀ ਸੰਖਿਆ ਕਿੰਨੀ ਹੈ ਆਪਣੇ ਕੋਲੇ 160। ਕਹਿੰਦਾ ਹਾਊ ਮੈਨੀ coin of each denominations are with me। ਤਾਂ ਇਹ ਦੱਸਣਾ ਵੀ ਮੇਰੇ ਕੋਲੇ 1 ਰੁਪਏ ਦੇ ਸਿੱਕੇ ਕਿੰਨੇ ਨੇ, 2 ਰੁਪਏ ਦੇ ਸਿੱਕੇ ਕਿੰਨੇ ਨੇ ਔਰ 5 ਰੁਪਏ ਵਾਲੇ ਸਿੱਕੇ ਕਿੰਨੇ ਨੇ। ਹਰੇਕ coins ਦੀ ਆਪਾਂ ਨੇ ਸੰਖਿਆ ਜਿਹੜੀ ਫਾਈਂਡ ਆਊਟ ਕਰਨੀ ਹੈ। ਹੁਣ ਸਭ ਤੋਂ ਪਹਿਲਾਂ ਆਪਾਂ ਕੀ ਕਰਦੇ ਆ, ਇੱਥੇ ਲਿਖਿਆ ਦਾ ਨੰਬਰ ਆਫ 5 ਰੁਪੀਸ coins, ਤਾਂ ਆਪਾਂ ਲਿਖਾਂਗੇ ਲੈਟ ਨੰਬਰ ਆਫ ਰੁਪੀਸ 5 coin। 5 ਰੁਪਏ ਵਾਲੇ coin ਦੀ ਸੰਖਿਆ ਆਪਾਂ ਕਿੰਨੀ ਮੰਨ ਲਾਂਗੇ x। ਤਾਂ ਇਸ ਤਰ੍ਹਾਂ ਫਿਰ 2 ਰੁਪੀਸ ਵਾਲੇ coins ਦੀ ਸੰਖਿਆ ਕਿੰਨੀ ਹੋਏਗੀ, 2 ਰੁਪੀਸ ਵਾਲੇ coins ਦੀ ਇੱਥੇ ਲਿਖਿਆ ਸੀ 3 ਗੁਣਾ, ਤਾਂ ਕਿੰਨਾ ਆਏਗਾ 3x। ਹੁਣ ਬੇਟੇ ਕਿਹੜੇ coins ਕੱਢਨੇ ਰਹਿ ਗਏ, ਦੇਖੋ 5 ਵਾਲੇ ਆ ਗਏ, 2 ਵਾਲੇ ਆ ਗਏ, ਤਾਂ ਕਿਹੜਾ ਬਚ ਗਿਆ ਆਪਣੇ ਕੋਲੇ 1 ਵਾਲਾ। ਤਾਂ ਇਸ ਤਰ੍ਹਾਂ 1 ਰੁਪੀਸ coins ਦੀ ਸੰਖਿਆ ਕਿਵੇਂ ਕੱਢਾਂਗੇ, ਟੋਟਲ coin ਕਿੰਨੇ ਸੀ ਆਪਣੇ ਕੋਲੇ 160। ਤਾਂ 160 ਵਿੱਚੋਂ ਇਹਨਾਂ ਦੋਨੇ coin ਦੇ ਸਮ ਨੂੰ ਆਪਾਂ ਕੀ ਕਰ ਦਾਂਗੇ, ਮਾਈਨਸ ਕਰ ਦਾਂਗੇ। ਟੋਟਲ 160 ਸੀ, 160 ਵਿੱਚੋਂ 5 ਰੁਪਏ ਵਾਲੇ coin ਤੇ 2 ਰੁਪਏ ਵਾਲੇ coin ਦਾ ਜੋੜ ਕਰਕੇ ਆਪਾਂ ਇਹਦੇ ਵਿੱਚੋਂ ਮਾਈਨਸ ਕਰ ਦਾਂਗੇ। ਤਾਂ 1 ਰੁਪਏ ਵਾਲੇ coin ਸਾਡੇ ਕੋਲੇ ਕਿੰਨੇ ਆਣਗੇ 160 ਮਾਈਨਸ 4x। ਹੁਣ ਅਕੋਰਡਿੰਗ ਟੂ ਕੁਐਸਚਨ ਜਿਹੜਾ ਇਹਨਾਂ ਦਾ ਟੋਟਲ ਸੀ ਵੀ ਟੋਟਲ ਕਿੰਨੇ ਰੁਪਏ ਨੇ 300 ਰੁਪਏ ਨੇ। ਤਾਂ ਬੇਟਾ ਕੀ ਕਰਨਾ ਹੈ, ਸਿਰਫ ਆਪਣੇ 5 ਨੂੰ x ਨਾਲ ਮਲਟੀਪਲਾਈ ਕਰਨਾ ਹੈ ਪਲੱਸ 2 ਨੂੰ 3x ਨਾਲ ਮਲਟੀਪਲਾਈ ਕਰਨਾ ਹੈ ਔਰ 1 ਨੂੰ 160 ਮਾਈਨਸ 4x ਨਾਲ ਮਲਟੀਪਲਾਈ ਕਰਨਾ ਹੈ। ਤਾਂ ਟੋਟਲ ਕਿਸ ਦੇ ਇਕੁਅਲ ਆ ਜਾਏਗਾ 300 ਰੁਪਏ ਦੀ। ਹੁਣ ਦੇਖੋ ਬੇਟਾ 5x plus 6x plus 160 minus 4x equal to 300। देखो ਹੁਣ x वाला 5 और 6 कितना है बेटा 11x। 11x ਦੇ ਵਿੱਚੋਂ 4x ਨੂੰ ਕੀ ਕਰ ਦਾਂਗੇ ਆਪਾਂ ਮਾਈਨਸ ਕਰਾਂਗੇ ਤਾਂ ਆਪਣੇ ਕੋਲੇ ਕਿੰਨਾ ਆ ਜਾਏਗਾ ਬੇਟਾ 7x plus 160 equal to 300। ਹੁਣ ਦੇਖੋ 7x equal to 300 प्लस द 160 उधर जाके बेटा माइनस करेंगे कितना आ जाएगा अपने को 40 एंड 140। तो x की वैल्यू कितनी आएगी अपने को 140 ओवर 7 कट करेंगे तो साडे कोले कितना आ जाएगा 20। तो x की वैल्यू बेटा कितनी आएगी अपने को 20। हुण अपने हरेक कॉइन की संख्या कढनी सी तो 5 रुपए वाले जेडे कॉइन्स ने उन्हां दी संख्या कितनी आई बेटा अपने को 20। 2 रुपए वाले कॉइन की संख्या कितनी आई बेटा 3 गुना 20 मतलब कितनी आ गए 60। 1 रुपए वाले कॉइन की संख्या कितनी आएगी बेटा अपने को इधर की साइड निकाल देने 160 माइनस 4 इंटू कितना 20। तो 160 माइनस 80 तो माइनस करके कितना आएगा बेटा 80। कहना कि मतलब 5 रुपए वाले कॉइन की संख्या कितनी है 20। 2 रुपए वाले कॉइन की संख्या कितनी है 60। 1 रुपए वाले कॉइन की संख्या कितनी है अपने को 80। हाँ भी बच्चों अपना 16 सम है द ऑर्गेनाइजर ऑफ एन एसे कंपटीशन डिसाइड्स दैट ए विनर इन द कंपटीशन गेट्स ए प्राइज ऑफ ₹100। एक ऑर्गेनाइजर ने ऐसे कंपटीशन रखे है तो उसने ये अनाउंस किया है कि जेड़ा बच्चा जितेगा विनर होएगा उसनों 100 रुपए का इनाम मिलेगा एंड ए पार्टिसिपेंट हु डज नॉट विन जेड़ा नहीं जीतेगा मतलब जेड़ा हार जाएगा जेड़ा पार्टिसिपेट करेगा गेट ए प्राइज ऑफ ₹25। भी उस बच्चे नु 25 रुपीज मिलने ने। जेड़ा बच्चा जीतेगा उसनु 100 रुपया और जेड़ा बच्चा नहीं जीतेगा उसनु 25 रुपए। जो टोटल प्राइज है टोटल प्राइज डिस्ट्रीब्यूशन जेडी होनी है 3000 रुपए की होनी है। फाइंड द नंबर ऑफ विनर्स अपने देखने ने भी विनर बच्चे किन्ने ने। फाइंड द नंबर ऑफ विनर्स अपने विनर बच्चों की संख्या जी फाइंड आउट करनी है। अगे आता है इफ द टोटल नंबर ऑफ पार्टिसिपेंट इज 63 कुल भाग लेने वाले जेडे पार्टिसिपेंट ने वो अपने को कितने ने 63। देखो किस तरह लेट नंबर ऑफ विनर्स जेतुआं की संख्या आप कितनी मान लो x ते फिर आप नॉन विनर्स जेडे नहीं जित रहे नॉन विनर्स कितने टोटल कितने ने बेटा 63 ਵਿੱਚੋਂ ਆਪਾਂ ਵਿਨਰ ਨੂੰ ਘਟਾ ਦਾਂਗੇ। ਵਿਨਰ ਕਿੰਨੇ ਨੇ ਆਪਣੇ ਕੋਲੇ x ਜੇਤੂ ਕਿੰਨੇ ਨੇ x। 63 ਚੋਂ ਜੇ ਆਪਾਂ ਜੇਤੂ ਘਟਾ ਦਾਂਗੇ ਤਾਂ ਆਪਣੇ ਕੋਲੇ ਕਿਹੜੇ ਆ ਗਏ ਜਿਹੜੇ ਪਾਰਟਿਸਿਪੈਂਟ ਹੀ ਕਰ ਰਹੇ ਨੇ ਜਿਹੜੇ ਹਾਰ ਰਹੇ ਨੇ ਬੱਚੇ। ਹੁਣ ਦੇਖੋ ਅਕੋਰਡਿੰਗ ਟੂ ਕੁਐਸਚਨ ਜਿੰਨੀ ਮਨੀ ਡਿਸਟ੍ਰੀਬਿਊਟ ਕੀਤੀ ਜਾਣੀ ਆ ਵਿਨਰ ਨੂੰ ਕਿੰਨੇ ਰੁਪਏ ਦਿੱਤੇ ਜਾਣੇ ਬੇਟਾ 100 ਤਾਂ ਇਹਨੂੰ ਵੀ ਲਿਖਾਂਗੇ 100x
और ਜਿਹੜੇ नहीं जित रहे ਉਹਨਾਂ ਨੂੰ ਕਿੰਨੇ ਮਿਲਨੇ ਆ ਬੇਟਾ 25 ਕਿੰਨੇ ਬੱਚਿਆਂ ਨੂੰ 63 ਮਾਈਨਸ x ਨੂੰ ਟੋਟਲ ਮਨੀ ਕਿੰਨੀ ਡਿਸਟ੍ਰੀਬਿਊਟ ਹੋ ਰਹੀ ਆ 3000 ਹੁਣ ਦੇਖੋ ਬੇਟਾ ਇੱਥੇ ਕਿੰਨਾ ਹੈ ਆਪਣੇ ਕੋਲੇ 100x 25 ਨੂੰ 63 ਨਾਲ ਮਲਟੀਪਲਾਈ ਕਰਾਂਗੇ 25 ਨੂੰ 63 ਨਾਲ ਮਲਟੀਪਲਾਈ ਕਰਾਂਗੇ ਆਪਣੇ ਕੋਲੇ ਆਏਗਾ 1575 25 ਨੂੰ x ਨਾਲ ਮਲਟੀਪਲਾਈ ਕਰਾਂਗੇ ਬੇਟਾ ਆਪਣੇ ਕੋਲੇ ਆਏਗਾ 25x ਇਕੁਅਲ ਟੂ 3000 ਹੁਣ ਦੇਖੋ ਬੇਟੇ 100x ਵਿੱਚੋਂ 25x ਨੂੰ ਮਾਈਨਸ ਕਰਦੇ ਆ ਤਾਂ ਆਪਣੇ ਕੋਲੇ ਕਿੰਨਾ ਆਏਗਾ 75x then 3000 ਜਿਹੜਾ ਆਪਣੇ ਕੋਲੇ ਇਹ 1575 ਹੈ ਉਧਰ ਜਾ ਕੇ ਬੇਟਾ ਕਾਹਦਾ ਬਣੇਗਾ ਮਾਈਨਸ ਦਾ ਹੁਣ ਦੇਖੋ ਬੇਟੇ 75x ਇਕੁਅਲ ਟੂ ਜਦੋਂ ਇਹਨੂੰ ਘਟਾਵਾਂਗੇ ਤਾਂ ਆਪਣੇ ਕੋਲੇ ਕਿੰਨਾ ਆ ਗਿਆ ਦੇਖੋ 25 ਇੱਥੇ ਆਪਣੇ ਕੋਲੇ ਆ ਜਾਏਗਾ 1425 मतलब 1425 ਤਾਂ ਆਪਾਂ ਨੇ x ਦੀ ਵੈਲਿਊ ਕੱਢਣੀ ਹੈ ਤਾਂ ਕੀ ਕਰਾਂਗੇ ਜਦੋਂ 1425 ਨੂੰ 75 ਨਾਲ ਡਿਵਾਈਡ ਕਰਾਂਗੇ ਤਾਂ ਡਿਵਾਈਡ ਕਰਕੇ ਬੇਟਾ ਇਹ ਆਪਣੇ ਕੋਲੇ ਆ ਜਾਏਗਾ 90 ਕਿੰਨਾ ਆਏਗਾ ਬੇਟਾ 90 ਇਹਦਾ ਮਤਲਬ ਜਿਹੜੇ ਜੇਤੂ ਨੇ ਨੰਬਰ ਆਫ ਵਿਨਰਸ ਨੇ ਉਹ ਆਪਣੇ ਕੋਲੇ ਕਿੰਨੇ ਆ ਗਏ 90 ਹਾਂਜੀ ਬੱਚਿਓ ਹੁਣ ਇਹ ਆਪਣਾ ਐਕਸਰਸਾਈਜ਼ 2.2 ਹੈ ਜਿਹੜੀ ਆਪਣੇ 8th ਕਲਾਸ ਦੀ ਕੰਪਲੀਟ ਕਰ ਲਈ ਹੈ ਫਸਟ ਪਾਰਟ ਦੇ ਵਿੱਚ ਪਹਿਲੇ ਆਪਾਂ ਨੇ 8 ਸਵਾਲ ਕਰੇ ਸੀ ਅੱਜ ਇਹ ਐਕਸਰਸਾਈਜ਼ 2.2 ਕੰਪਲੀਟ ਹੁੰਦੀ ਹੈ ਔਰ ਜੋ ਫਸਟ ਪਾਰਟ ਹੈ ਉਸ ਦਾ ਲਿੰਕ ਮੈਂ ਇਸ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਾਂਗਾ ਤੇ ਇਹਨਾਂ ਸਵਾਲਾਂ ਨੂੰ ਤੁਸੀਂ ਬਹੁਤ ਹੀ ਧਿਆਨ ਨਾਲ ਕਰਨਾ ਜੇ ਤੁਹਾਨੂੰ ਅੱਜ ਇਹ ਵੀਡੀਓ ਪਸੰਦ ਆਈ ਹੈ ਤਾਂ ਪਲੀਜ਼ ਇਸ ਨੂੰ ਲਾਈਕ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਆਉਣ ਵਾਲੀ ਵੀਡੀਓ ਦੇ ਲਿੰਕ ਨੂੰ ਹੋਰ ਦੇਖਣ ਵਾਸਤੇ ਬੈਲ ਆਈਕਨ ਦਾ ਜੋ ਬਟਨ ਹੈ ਉਸ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਬਹੁਤ ਬਹੁਤ ਧੰਨਵਾਦ